ਪੰਜਾਬ ਦੇ ਵਿੱਚ ਰੇਤੇ ਅਤੇ ਬਜਰੀ ਦੇ ਅਵੈਧ ਖਨਨ ਯਾਨੀ ਕਿ ਇਲੀਗਲ ਮਾਈਨਿੰਗ ਦੀ ਉਸ ਲੜੀ ਦੇ ਵਿੱਚ ਦੂਸਰਾ ਵੀਡੀਓ ਲੈ ਕੇ ਮੈਂ ਰਿਤੇਸ਼ ਲੱਖੀ ਆਪਣੇ YouTube ਚੈਨਲ ਰਿਤੇਸ਼ ਲੱਖੀ ਅਨਪਲੱਗ ਤੇ ਇੱਕ ਵਾਰ ਫੇਰ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸਮਿਆਂ ਤੇ ਰਹੀਆਂ ਅਲੱਗ-ਅਲੱਗ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਨੀਅਤਾਂ ਅਤੇ ਨੀਤੀਆਂ ਦੇ ਉੱਤੇ, ਯਾਨੀ ਕਿ ਖਨਨ ਮਾਈਨਿੰਗ ਦੇ ਮੁੱਦੇ ਉੱਤੇ। ਮਾਈਨਰ ਮਿਨਰਲਸ, ਰੇਤੇ ਦਾ, ਬਜਰੀ ਦਾ, ਇਹ ਜਿਹੜੀ ਮਾਈਨਿੰਗ ਦੇ ਇਸ਼ੂਜ਼ ਹੈਗੇ ਨੇ, ਇਹ ਬਹੁਤ ਕ੍ਰਿਟੀਕਲ ਰਹੇ ਹੈਗੇ ਨੇ। ਅਕਸਰ ਵੇਖਿਆ ਗਿਆ ਹੈ ਕਿ ਇਹ ਮੌਕਾ ਪਿਛਲੇ 10-15 ਸਾਲਾਂ ਦਾ ਨਹੀਂ ਹੈ, ਬਲਕਿ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਅਵੈਧ ਖਨਨ ਦਾ ਜਿਹੜਾ ਧੰਦਾ ਹੈ ਉਹ ਬਦਸਤੂਰ ਚੱਲਦਾ ਰਿਹਾ ਹੈ ਤੇ ਸਿਆਸੀ ਪਾਰਟੀ ਮਨਿਸਟਰਾਂ, ਵਿਧਾਇਕਾਂ ਲਈ ਆਪਣੇ ਐਸੇ ਕਰਿੰਦਿਆਂ ਜਾਂ ਆਪਣੇ ਐਸੇ ਹੈਂਚਮੈਨ, ਜਿਸ ਨੂੰ ਅਸੀਂ ਛੁਟਪਈਏ ਲੈਵਲ ਦੇ ਲੀਡਰ ਵੀ ਆਖਦੇ ਨੇ, ਉਹਨਾਂ ਨੂੰ ਅਕੋਮੋਡੇਟ ਕਰਨਾ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਲਾਏ ਰੱਖਣਾ, ਖਾਸ ਕਰਕੇ ਉਹ ਐਲੀਮੈਂਟ ਜੋ ਕਿ ਗੁੰਡੇ ਤੇ ਕ੍ਰਿਮੀਨਲ ਐਲੀਮੈਂਟਸ ਹੁੰਦੇ ਨੇ, ਉਸ ਪੱਖੋਂ ਇਸ ਪੂਰੇ ਕੰਮ ਧੰਦੇ ਦੀ ਬਹੁਤ ਅਹਿਮ ਭੂਮਿਕਾ ਤੇ ਉਪਯੋਗਿਤਾ ਰਹੀ ਹੈ ਇਹਨਾਂ ਸਿਆਸਤਦਾਨਾਂ ਲਈ। ਸੋ ਇਹ ਮੁੱਦਾ ਅੱਜ ਦੀ ਕਾਂਗਰਸ ਸਰਕਾਰ ਜਾਂ ਇਸ ਤੋਂ ਪਹਿਲਾਂ 10 ਸਾਲ ਜੋ ਅਕਾਲੀਆਂ ਨੇ ਕੀਤਾ ਜਾਂ ਉਸ ਤੋਂ ਪਹਿਲਾਂ ਦੀਆਂ ਕਾਂਗਰਸ ਜਾਂ ਹੋਰ ਪਾਰਟੀਆਂ ਦੀ ਸਰਕਾਰਾਂ ਦੇ ਨਾਲ ਹੀ ਜੁੜਿਆ ਹੋਇਆ ਨਹੀਂ ਹੈ, ਸਗੋਂ ਇੱਕ ਪੂਰੀ ਖਰਾਬ ਨੀਅਤ ਅਤੇ ਨੀਤੀ ਦਾ ਫਲ ਹੈ, ਉਸ ਦਾ ਨਤੀਜਾ ਹੈ ਜੋ ਕਿ ਅੱਜ ਸਾਡੇ ਸਾਹਮਣੇ ਇਸ ਬਹੁਤ ਵੱਡੇ ਪੱਧਰ ਤੇ ਹੋ ਰਹੇ ਨਜਾਇਜ਼ ਮਾਈਨਿੰਗ ਦੀ ਸ਼ਕਲ ਵਿੱਚ ਕੁਦਰਤੀ ਸੰਸਾਧਨਾਂ ਸੋਮਿਆਂ ਦੀ ਹੋ ਰਹੀ ਇਸ ਅੰਨ੍ਹੇਵਾਹ ਲੁੱਟ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਪਿਛਲੇ ਵੀਡੀਓ ਵਿੱਚ ਮੈਂ ਵਿਸਤਾਰ ਦੇ ਨਾਲ ਗੱਲ ਕੀਤੀ ਸੀ ਵੀ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੱਖ-ਵੱਖ ਪੜਾਅ ਤਹਿਤ ਕਿਹੜੇ-ਕਿਹੜੇ ਕਦਮ ਪੁੱਟੇ ਨੇ ਕਿ ਕਿਸ ਹੱਦ ਤੱਕ ਪੰਜਾਬ ਇਸ ਮਾਫੀਆ ਦੇ ਖਿਲਾਫ, ਖਨਨ ਮਾਫੀਆ ਦੇ ਖਿਲਾਫ ਉਸ ਜੰਗ ਨੂੰ ਹਾਰ ਚੁੱਕਾ ਹੈ। ਗੱਲ ਮੌਜੂਦਾ ਕਾਂਗਰਸ ਸਰਕਾਰ ਦੀ ਹੀ ਕਿਉਂ, ਬਲਕਿ ਪਹਿਲਾਂ ਦੀ ਅਕਾਲੀ ਸਰਕਾਰਾਂ ਨੇ ਕੀ ਕੁਝ ਕੀਤਾ, ਕੀ ਖੱਟਿਆ, ਉਸ ਉੱਤੇ ਵੀ ਹੋਣੀ ਚਾਹੀਦੀ ਹੈ। ਕਿਉਂਕਿ 10 ਸਾਲ ਦੇ ਅਕਾਲੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਜਿੰਨਾ ਨੁਕਸਾਨ ਕੁਦਰਤੀ ਸੋਮਿਆਂ ਦਾ ਜਾਂ ਉਹਨਾਂ ਸੰਸਾਧਨਾਂ ਦਾ ਹੋਇਆ ਹੈ, ਜਿਸ ਨੂੰ ਅਸੀਂ ਰੇਤੇ ਜਾਂ ਬਜਰੀ ਦੀ ਸ਼ਕਲ ਦੇ ਵਿੱਚ ਹੋਏ ਉਸ ਅਵੈਧ ਖਨਨ ਦੇ ਰੂਪ ਵਿੱਚ ਵੇਖਦੇ ਹਾਂ, ਉਸ ਦੀ ਸ਼ਾਇਦ ਹੀ ਕੋਈ ਮਿਸਾਲ ਮਿਲਦੀ ਹੋਵੇ। ਪੰਜਾਬ ਦੇ ਜਿਹੜੇ ਮੌਜੂਦਾ ਮਾਈਨਿੰਗ ਮੰਤਰੀ ਹੈਗੇ ਨੇ ਸੁਖਵਿੰਦਰ ਸਰਕਾਰੀਆ, ਉਹਨਾਂ ਦਾ ਇੱਕ ਆંકੜਾ ਜੋ ਕਿ ਹਾਲ ਹੀ ਵਿੱਚ ਉਹਨਾਂ ਨੇ ਸ਼ੇਅਰ ਕੀਤਾ ਸੀ, ਉਸ ਦੇ ਮੁਤਾਬਿਕ ਅਕਾਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਲਗਭਗ ਸੂਬੇ ਨੂੰ 3000 ਕਰੋੜ ਦਾ ਨੁਕਸਾਨ ਯਾਨੀ ਕਿ ਉਸ ਦੀ ਆਮਦਨ ਦਾ ਨੁਕਸਾਨ ਹੋ ਚੁੱਕਾ ਹੈ। ਸਭ ਤੋਂ ਵੱਡੀ ਤਰਾਸਦੀ ਸਾਡੇ ਪੋਲੀਟੀਕਲ ਸਿਸਟਮ ਦੀ ਇਹ ਹੈ ਕਿ ਜਦੋਂ ਵੀ ਅਸੀਂ ਅਵੈਧ ਖਨਨ ਜਾਂ ਮਾਈਨਿੰਗ ਮਾਫੀਆ ਦੀ ਗੱਲ ਕਰਦੇ ਹਾਂ, ਸਾਨੂੰ ਆਪਣੇ ਸਰਕਾਰਾਂ ਦੇ ਖਜ਼ਾਨੇ ਭਰਨ ਦੀ ਪੈ ਜਾਂਦੀ ਹੈ, ਆਪਣੇ ਖਜ਼ਾਨਿਆਂ ਨੂੰ ਲੱਗ ਰਹੇ ਖੋਰੇ ਤੇ ਉਸ ਦੇ ਪ੍ਰਤੀ ਅਸੀਂ ਚਿੰਤਿਤ ਹੁੰਦੇ ਹਾਂ। ਜਿਵੇਂ ਕਿ ਸੁਖਵਿੰਦਰ ਸਰਕਾਰੀਆ 3000 ਕਰੋੜ ਦੇ ਉਸ ਨੁਕਸਾਨ ਦੀ ਗੱਲ ਕਰ ਰਹੇ ਨੇ ਜੋ ਕਿ ਇੱਕ ਨੋਸ਼ਨਲ ਨੁਕਸਾਨ ਹੈ, ਜੋ ਕਿ ਹੋਇਆ ਹੋ ਸਕਦਾ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਤਾਂ ਉਸ ਦਾ ਸਦਕਾ ਸਰਕਾਰ ਦੇ ਖਜ਼ਾਨੇ 'ਚੋਂ ਪੈਸਾ ਨਹੀਂ ਆ ਸਕਿਆ। ਲੇਕਿਨ ਉਸ ਵਾਤਾਵਰਣ ਨਾਲ ਜੁੜੇ ਹੋਏ ਨੁਕਸਾਨ, ਉਸ এনवायरमेंट ਦੇ ਨਾਲ ਜੁੜੇ ਹੋਏ ਨੁਕਸਾਨ ਦੀ ਕੋਈ ਵੀ ਪੂਰਤੀ ਜਾਂ ਕੋਈ ਵੀ ਆਕਲਨ, ਕੋਈ ਵੀ ਐਸਟੀਮੇਟ ਮੰਤਰੀ ਸਾਹਿਬ ਨੇ ਦੱਸਣਾ ਕਦੇ ਮੁਨਾਸਬ ਨਹੀਂ ਸਮਝਿਆ, ਕਿਉਂਕਿ ਮੌਜੂਦਾ ਸਰਕਾਰ ਦੇ ਵਕਤ ਵੀ ਉਹ ਜਿਹੜੀ ਲੁੱਟ ਖਸੁੱਟ ਸੀ ਉਹ ਬਦਸਤੂਰ ਚੱਲਦੀ ਰਹੀ ਤੇ ਇਸ ਦਾ ਪੂਰਾ ਜ਼ਿਕਰ ਮੈਂ ਪਿਛਲੇ ਵੀਡੀਓ ਦੇ ਵਿੱਚ ਕਰ ਚੁੱਕਾ ਹਾਂ। ਲੇਕਿਨ ਜੇ ਸੁਖਵਿੰਦਰ ਸਰਕਾਰੀਆ ਵਰਗੇ ਮਾਈਨਿੰਗ ਮੰਤਰੀ ਜੋ ਕਿ ਉਸ ਕੈਬਨਿਟ ਸਬ ਕਮੇਟੀ ਦਾ ਹਿੱਸਾ ਵੀ ਸਨ, ਜੋ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਬਣੀ ਸੀ, ਜਿਸ ਨੇ ਕਿ ਬਹੁਤ ਹੀ ਜ਼ਿਆਦਾ ਸਿੱਟਾ ਮੁਖੀ ਜਿਹੜੀਆਂ ਮਦਾਂ ਸਨ ਜਾਂ ਰਿਕਮੈਂਡੇਸ਼ਨ ਸਨ, ਸੁਝਾਅ ਸਨ, ਉਹ ਸਰਕਾਰ ਦੇ ਸਾਹਮਣੇ ਰੱਖੇ ਸਨ, ਉਹ ਜੇ ਗੱਲ ਕਹਿ ਰਹੇ ਹੈਗੇ ਨੇ ਵੀ ਅਕਾਲੀ ਦਲ ਦੇ ਕਾਰਜਕਾਲ ਦੇ ਦੌਰਾਨ 10 ਸਾਲਾਂ ਵਿੱਚ 300 ਕਰੋੜ ਪਰ ਸਾਲ ਯਾਨੀ ਕਿ ਪਰ ਈਅਰ ਸਾਲਾਨਾ ਨੁਕਸਾਨ ਦੀ ਜੇ ਐਕਸਟ੍ਰਾਪੋਲੇਸ਼ਨ ਆਪਾਂ ਕਰਕੇ ਵੇਖੀਏ ਤਾਂ ਇਹ ਨੁਕਸਾਨ 3000 ਕਰੋੜ ਦੇ ਆਸ-ਪਾਸ ਹੋ ਸਕਦਾ ਹੈ। ਇਹ ਦੱਸਦੀ ਵੀ ਅਕਾਲੀ ਸਰਕਾਰ ਦੇ ਵਕਤ ਸਾਲਾਨਾ ਜਿਹੜੀ ਆਮਦਨ ਹੁੰਦੀ ਸੀ ਮਾਈਨਿੰਗ ਤੋਂ, ਉਹ ਲਗਭਗ 40 ਤੋਂ 50 ਕਰੋੜ ਦੇ ਵਿੱਚ ਰਿਹਾ ਕਰਦੀ ਸੀ। ਮੌਜੂਦਾ ਸਰਕਾਰ ਯਾਨੀ ਕਿ ਕਾਂਗਰਸ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਸ ਵਿੱਤੀ ਸਾਲ ਜਿਹੜਾ ਹੁਣੇ ਨਿਕਲ ਕੇ ਗਿਆ ਹੈ, ਉਸ ਦੇ ਵਿੱਚ ਲਗਭਗ 300 ਕਰੋੜ ਦਾ ਰੈਵਨਿਊ ਟਾਰਗੇਟ ਪੰਜਾਬ ਸਰਕਾਰ ਅਚੀਵ ਕਰੇਗੀ, ਯਾਨੀ ਕਿ ਉਹ ਆਮਦਨ ਜੋ ਕਿ ਮਾਈਨਿੰਗ ਤੋਂ ਸਰਕਾਰ ਨੂੰ ਪ੍ਰਾਪਤ ਹੋਏਗੀ। ਇੱਕ ਵਿਸ਼ੇਸ਼ ਨੀਤੀ ਪੰਜਾਬ ਸਟੇਟ ਸੈਂਡ ਐਂਡ ਗ੍ਰੇਵਲ ਮਾਈਨਿੰਗ ਪਾਲਿਸੀ 2018 ਦੇ ਵਿੱਚ ਲਿਆਂਦੀ ਗਈ ਸੀ, ਅਗਸਤ 2018 ਦੇ ਵਿੱਚ। ਲੇਕਿਨ ਇਸ ਵਿੱਚ ਉਹ ਸਾਰੀਆਂ ਤਜਵੀਜ਼ਾਂ ਨਦਾਰਤ ਸਨ ਜੋ ਕਿ ਨਵਜੋਤ ਸਿੰਘ ਸਿੱਧੂ ਦੀ ਸਬ ਕਮੇਟੀ, ਜਿਸ ਦੇ ਵਿੱਚ ਕਿ ਖੁਦ ਮੰਤਰੀ ਸਾਹਿਬ ਵੀ ਇੱਕ ਮੈਂਬਰ ਸਨ, ਉਸਨੇ ਸਰਕਾਰ ਸਾਹਮਣੇ ਰੱਖੀਆਂ ਸਨ ਜਾਂ ਜ਼ਿਆਦਾਤਰ ਉਹਨਾਂ ਤੋਂ ਤਜਵੀਜ਼ਾਂ ਗਾਇਬ ਸਨ। ਸਰਕਾਰ ਨੇ ਰਿਵਰਸ ਬਿਡਿੰਗ ਦੀ ਥਾਂ ਇੱਕ ਪ੍ਰੋਗਰੈਸਿਵ ਬਿਡਿੰਗ ਦਾ ਸਿਸਟਮ ਲੈ ਕੇ ਆਂਦਾ, ਜੋ ਕਿ ਅਕਾਲੀ ਦਲ ਦੀ ਸਰਕਾਰਾਂ ਦੇ ਵਕਤ ਚੱਲ ਰਹੀ ਮਾਈਨਿੰਗ ਨੀਤੀ ਤੋਂ ਵਧੀਆ ਦੱਸਿਆ ਗਿਆ। ਇਹ ਵੀ ਸਮਝਿਆ ਗਿਆ ਵੀ ਅਕਾਲੀ ਦਲ ਨੇ ਜਿਹੜੀ ਲੁੱਟ ਖਸੁੱਟ ਮਚਵਾਈ, ਉਸ ਤੋਂ ਵੀ ਕਾਫੀ ਹੱਦ ਤੱਕ ਬਚਤ ਹੋ ਪਾਏਗੀ। ਲੇਕਿਨ ਇਹ ਜਿਹੜੀ ਪਾਲਿਸੀ ਸੀ, ਇਹ ਸ਼ੁਰੂਆਤ ਦੇ ਲਗਭਗ 5 ਮਹੀਨੇ ਜਾਂ 6 ਮਹੀਨੇ ਹਾਈ ਕੋਰਟ ਵੱਲੋਂ ਲਾਈ ਗਈ ਇੱਕ ਰੋਕ ਜਾਂ ਸਟੇ ਦਾ ਸ਼ਿਕਾਰ ਹੋ ਗਈ। ਹੁਣ ਦਰਸ਼ਕਾਂ ਨੂੰ ਦੱਸਦੀ ਵੀ ਪੰਜਾਬ ਦੇ ਵਿੱਚ ਮਾਰਚ 2017 ਵਿੱਚ ਬਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਜਿਹੜੀ ਨੀਤੀ ਪਹਿਲੀ ਆਂਦੀ ਹੈ ਮਾਈਨਿੰਗ ਦੀ, ਉਹ ਅਗਸਤ 2018 ਵਿੱਚ ਆਂਦੀ ਹੈ ਤੇ ਫਰਵਰੀ 2019 ਵਿੱਚ ਜਾ ਕੇ ਹਾਈ ਕੋਰਟ ਦੀ ਉਹ ਰੋਕ ਹਟਦੀ ਹੈ, ਕਿਉਂਕਿ ਇਸ ਨੀਤੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਫਲॉ ਜਾਂ ਬਹੁਤ ਹੀ ਵੱਡੀ ਕਮੀ ਸੀ। ਸਰਕਾਰ 7 ਕਲਸਟਰਸ ਜਾਂ 7 ਬਲਾਕਾਂ ਦੇ ਵਿੱਚ ਪੂਰੇ ਮਾਈਨਿੰਗ ਜ਼ੋਨ ਨੂੰ ਤਕਸੀਮ ਕਰਕੇ ਉਸ ਦੇ ਵਿੱਚ ਮਾਈਨਿੰਗ ਕਰਾਉਣਾ ਚਾਹੁੰਦੀ ਸੀ,
ਲੇਕਿਨ ਇਹਨਾਂ ਕਲਸਟਰ ਜਾਂ ਬਲਾਕਸ ਦੇ ਵਿੱਚ ਕੋਈ ਵੀ ਨਿਸ਼ਾਨਦੇਹੀ ਉਹਨਾਂ ਖੱਡਾਂ ਦੀ ਜਾਂ ਉਹਨਾਂ ਕੁਆਰੀਜ਼ ਦੀ ਨਹੀਂ ਕੀਤੀ ਗਈ ਸੀ। ਇੱਕ ਬਹੁਤ ਵੱਡੀ ਕਮੀ ਸੀ ਜਿਸ ਨੂੰ ਇੱਕ ਵਿਅਕਤੀਗਤ ਤੌਰ ਤੇ ਪਟੀਸ਼ਨ ਪਾ ਕੇ ਚੁਣੌਤੀ ਦਿੱਤੀ ਗਈ ਹਾਈ ਕੋਰਟ ਵਿੱਚ, ਤੇ ਹਾਈ ਕੋਰਟ ਨੇ ਗੱਲ ਮੰਨੀ ਕਿ ਪੰਜਾਬ ਸਰਕਾਰ ਦੀ ਇਹ ਨੀਤੀ ਗਲਤ ਹੈ, ਕਿਉਂਕਿ ਅਸੀਂ ਉਹ ਕਲਸਟਰ ਤੇ ਜ਼ੋਨ ਆਇਡੈਂਟੀਫਾਈ ਕਰ ਲਿਆ, ਉਸ ਦੀ ਨਿਸ਼ਾਨਦੇਹੀ ਕਰ ਲਈ ਜਿੱਥੋਂ ਕਿ ਅਸੀਂ ਮਾਈਨਿੰਗ ਕਰਨੀ ਹੈ, ਯਾਨੀ ਕਿ ਲੀਗਲ ਮਾਈਨਿੰਗ ਕਰਨੀ ਹੈ। ਲੇਕਿਨ ਉਹਦੇ ਵਿੱਚ ਕਿਹੜੇ ਖੱਡਾਂ ਹੋਣਗੀਆਂ, ਇਸ ਚੀਜ਼ ਦੀ ਨਿਸ਼ਾਨਦੇਹੀ ਨਾ ਕਰਨਾ ਇੱਕ ਬਹੁਤ ਵੱਡਾ ਹੁੰਗਾਰਾ ਦੇਗਾ, ਇੱਕ ਬਹੁਤ ਵੱਡਾ ਕਾਰਨ ਪ੍ਰਦਾਨ ਕਰੇਗਾ ਅਵੈਧ ਜਾਂ ਇਲੀਗਲ ਖਨਨ ਦਾ, ਮਾਈਨਿੰਗ ਦਾ। ਸੋ ਇਹ ਨੀਤੀ ਫਰਵਰੀ 2019 ਤੱਕ ਹੋਲਡ ਤੇ ਰਹਿੰਦੀ ਹੈ, ਜਿਸ ਤੋਂ ਬਾਅਦ ਕਿ ਹਾਈ ਕੋਰਟ ਤੋਂ ਰੋਕ ਹਟਾਏ ਜਾਣ ਤੋਂ ਬਾਅਦ ਇਸ ਦੇ ਤਹਿਤ এনवायरमेंटल ਕਲੀਅਰੈਂਸਿਸ ਜਾਂ ਉਹ ਲੋਕ ਜੋ ਕਿ ਜਿਨ੍ਹਾਂ ਨੇ ਬਿਡ ਕੀਤੀ ਹੁੰਦੀ ਹੈ ਈ ਆਕਸ਼ਨ ਦੇ ਜ਼ਰੀਏ, ਉਹ ਲੋਕ ਅੱਗੇ ਆਉਂਦੇ ਨੇ ਤੇ ਫਿਰ ਖੱਡਾਂ ਦਾ ਕੰਮ ਦੁਬਾਰਾ ਸ਼ੁਰੂ ਹੁੰਦਾ ਹੈ। ਉਹਦੇ ਵਿੱਚ ਵੀ ਇੱਕ ਡੀਸਿਲਟਿੰਗ ਦੀ ਜਿਹੜੀ, ਯਾਨੀ ਕਿ ਨਦੀਆਂ ਦੇ ਵਿੱਚੋਂ ਡੀਸਿਲਟਿੰਗ ਦੀ ਪਰਮਿਸ਼ਨਸ ਕੇਂਦਰ ਵੱਲੋਂ ਮਿਲਣ ਤੋਂ ਬਾਅਦ ਹੀ ਪੰਜਾਬ ਦੀਆਂ ਇਹ ਖੱਡਾਂ ਜਾਂ ਉਹ ਖੱਡਾਂ ਜਿੱਥੇ ਵਿੱਚ ਕਿ ਸੈਂਡ ਤੇ ਗ੍ਰੈਵਲ ਉਪਲਬਧ ਹੁੰਦਾ ਹੈ, ਉੱਥੋਂ ਮਾਈਨਿੰਗ ਦਾ ਕੰਮਕਾਜ ਦੁਬਾਰਾ ਸ਼ੁਰੂ ਹੁੰਦਾ ਹੈ। ਲੇਕਿਨ ਸਮਝਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਪਹਿਲੀ ਨੀਤੀ ਆਉਂਦੀ ਹੈ, ਜਿਸ ਨੂੰ ਕਿ ਬਹੁਤ ਫੈਨਫੇਅਰ ਦੇ ਨਾਲ ਲਾਂਚ ਕੀਤਾ ਜਾਂਦਾ ਹੈ, ਉਹ ਕੁਝ ਜ਼ਿਆਦਾ ਸਕਸੈਸਫੁਲ ਨਹੀਂ ਹੁੰਦੀ, ਕਿਉਂਕਿ ਬਹੁਤ ਸੀ ਤਜਵੀਜ਼ਾਂ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀਆਂ ਗਈਆਂ ਉਸ ਦੇ ਵਿੱਚ ਨਹੀਂ ਹੁੰਦੀਆਂ। ਮਿਸਾਲ ਦੇ ਤੌਰ ਤੇ ਜੇ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀ ਤਜਵੀਜ਼ਾਂ ਦਿੱਤੀਆਂ ਗਈਆਂ ਸਨ ਉਸ ਤੇ ਇੱਕ ਨਜ਼ਰ ਮਾਰ ਲਈਏ ਤਾਂ ਉਸ ਨੀਤੀ ਦੇ ਤਹਿਤ ਜਿਹੜੀ ਕਿ ਡਰਾਫਟ ਨੀਤੀ ਰਹਿ ਗਈ, ਬਾਅਦ ਦੇ ਵਿੱਚ ਉਹਦੀਆਂ ਮਦਾਂ ਨੂੰ ਪੰਜਾਬ ਦੀ 2018 ਦੀ ਨੀਤੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਸ ਵਿੱਚ ਜਿਹੜੀ ਕੀਮਤ ਹੋਣੀ ਸੀ ਪ੍ਰਤੀ 100 ਕਿਊਬਿਕ ਫਿਟ ਦੀ ਕੀਮਤ 1000 ਰੁਪਏ ਰੱਖੀ ਜਾਣੀ ਸੀ, ਯਾਨੀ ਕਿ 1000 ਕਿਊਬਿਕ ਫਿਟ ਦਾ ਜਿਹੜਾ ਇੱਕ ਟਿੱਪਰ ਸੀ ਉਹ ਲਗਭਗ 10000 ਰੁਪਏ ਦਾ ਪੈਣਾ ਸੀ। ਅਸੀਂ ਸਮਝ ਸਕਦੇ ਹਾਂ ਵੀ ਇਹ ਜਿਹੜੀ ਕੀਮਤ ਸੀ ਉਸ ਵਕਤ ਜਦੋਂ ਇਹ ਸਾਰੀਆਂ ਚੀਜ਼ਾਂ ਤਜਵੀਜ਼ਾਂ ਦਿੱਤੀਆਂ ਗਈਆਂ ਸਨ, ਇਹ ਕੀਮਤ ਲਗਭਗ 18 ਤੋਂ 20000 ਰੁਪਏ ਪ੍ਰਤੀ ਟਿੱਪਰ ਚੱਲਦੀ ਪਈ ਸੀ। ਅੱਜ ਜੇ ਆਪਾਂ ਇੱਕ ਅਨੁਮਾਨ ਲਾਈਏ, ਅੱਜ ਦਾ ਐਸਟੀਮੇਟ ਦੱਸਦਾ ਵੀ ਉਹੀ ਟਿੱਪਰ ਜਿਹੜਾ 1000 ਕਿਊਬਿਕ ਫਿਟ ਦਾ ਟਿੱਪਰ ਹੈ ਉਹ ਲਗਭਗ 25000 ਤੋਂ ਲੈ ਕੇ 35000 ਰੁਪਏ ਡਿਪੈਂਡਿੰਗ ਅਪਨ ਦਾ ਡਿਮਾਂਡ ਤੇ ਸੀਜ਼ਨ ਦੇ ਹਿਸਾਬ ਨਾਲ ਵਿਕ ਰਿਹਾ ਹੈ। ਯਾਨੀ ਕਿ ਜਿਹੜਾ ਟਿੱਪਰ ਸਾਨੂੰ ਪੰਜਾਬ ਦੀ ਜਨਤਾ ਨੂੰ ਜੋ ਕਿ ਬਿਲਡਿੰਗਾਂ ਇਮਾਰਤਾਂ ਦੀ ਉਸਾਰੀ ਲਈ, ਕੰਸਟਰਕਸ਼ਨ ਵਰਕ ਲਈ, ਜਿਸਨੇ ਰੇਤਾ ਤੇ ਬਜਰੀ ਜਿਸ ਨੂੰ ਚਾਹੀਦੀ ਹੁੰਦੀ ਹੈ, ਉਹ ਜਿਹੜਾ ਅੱਜ ਟਿੱਪਰ 25 ਤੋਂ 30000 ਜਾਂ 35000 ਰੁਪਏ ਦੇ ਵਿੱਚ ਲੈ ਰਹੇ ਨੇ, ਉਹ ਉਸ ਨੂੰ 10000 ਦੇ ਵਿੱਚ ਮਿਲਣਾ ਸੀ। ਇਹ ਉਸ ਨੀਤੀ ਦਾ ਹਿੱਸਾ ਸੀ ਜੋ ਨਵਜੋਤ ਸਿੰਘ ਸਿੱਧੂ ਵੱਲੋਂ ਉਲੀਕੀ ਜਾਣੀ ਸੀ, ਲੇਕਿਨ ਉਸ ਨੂੰ ਕਿਸੇ ਨੇ ਵੀ ਤਰਜੀਹ ਨਹੀਂ ਦਿੱਤੀ ਤੇ ਖੁਦ ਦੇ ਮੰਤਰੀ ਹੀ ਉਸ ਦੇ ਖਿਲਾਫ ਹੋ ਗਏ। ਹੁਣ ਸਮਝਣ ਵਾਲੀ ਗੱਲ ਇਹ ਹੈ ਵੀ ਅਸੀਂ ਇਹ ਬਾਰ-ਬਾਰ ਗੱਲ ਕਰ ਰਹੇ ਹਾਂ ਜੋ ਕਿ ਪੰਜਾਬ ਦੇ ਜਿਹੜੇ ਕੈਬਨਿਟ ਮਿਨਿਸਟਰ ਸੁਖਵਿੰਦਰ ਸਰਕਾਰੀਆ ਨੇ ਕਹੀ। ਉਹਨਾਂ ਨੇ ਅਕਾਲੀ ਦਲ ਨੂੰ ਚੁਣੌਤੀ ਦਿੱਤੀ ਵੀ ਤੁਸੀਂ 10 ਸਾਲਾਂ ਦੇ ਵਿੱਚ 3000 ਕਰੋੜ ਰੁਪਏ ਦਾ ਨੁਕਸਾਨ ਕਰਾਇਆ ਹੈ, ਕਿਉਂਕਿ ਤੁਹਾਡੇ ਟਾਈਮ ਮਹਿਜ਼ ਸਾਲ ਦੇ ਵਿੱਚ 50 ਕਰੋੜ ਕਮਾ ਰਹੇ ਸੀ, ਸਾਡੇ ਟਾਈਮ 300 ਕਰੋੜ ਕਮਾ ਰਹੇ ਹੈ। ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਮੈਂ ਗੱਲ ਕਰਨਾ ਚਾਹਾਂਗਾ, ਇਸ ਸਾਲ ਵਿੱਤੀ ਸਾਲ 2020-21 ਦੇ ਵਿੱਚ ਜਿਹੜੀ ਮਾਈਨਿੰਗ ਤੋਂ ਕਮਾਈ ਜਾਂ ਆਮਦਨ ਹਰਿਆਣਾ ਸਰਕਾਰ ਨੂੰ ਹੋਈ ਹੈ ਉਹ 1022 ਕਰੋੜ ਹੈ। ਪੰਜਾਬ ਜਿਸ ਦੇ ਵਿੱਚ ਕਿ 3 ਵੱਡੇ ਦਰਿਆ ਪੈਂਦੇ ਨੇ, ਰਾਵੀ, ਬਿਆਸ ਅਤੇ ਸਤਲੁਜ, ਤੇ ਇਸ ਤੋਂ ਇਲਾਵਾ ਘੱਗਰ ਦਾ ਉਹ ਬੈਲਟ, ਉਹ ਏਰੀਆ ਜਿੱਥੇ ਕਿ ਡੀਸਿਲਟਿੰਗ ਵੀ ਹੋ ਰਹੀ ਹੈ ਤੇ ਜਿੱਥੇ ਕਿ ਸੀਜ਼ਨਲ ਰਿਵਰਲਟ ਜਿਹੜੀ ਇਸ ਨੂੰ ਸਮਝਿਆ ਜਾਂਦਾ ਘੱਗਰ, ਉਸ ਦੇ ਵਿੱਚੋਂ ਵੀ ਬਹੁਤ ਮਾਈਨਿੰਗ ਹੁੰਦੀ ਹੈ। ਇਹ 4 ਦਰਿਆ ਜਿਹੜੇ ਪੰਜਾਬ ਦੇ ਹੈਗੇ ਨੇ, ਉਹਨਾਂ ਦੇ ਵਿੱਚੋਂ ਅਸੀਂ ਸਿਰਫ 300 ਕਰੋੜ ਰੁਪਏ ਸਾਲਾਨਾ ਆਮਦਨ ਇਕੱਠੀ ਕਰ ਪਾ ਰਹੇ ਹਾਂ, ਜਦਕਿ ਹਰਿਆਣਾ ਜਿਸ ਦੇ ਕੋਲ ਸਿਰਫ ਇੱਕ ਯਮੁਨਾ ਨਦੀ ਹੈ, ਯਮੁਨਾ ਦੀ ਉਹ ਨਦੀ ਹੈ ਜਿਸ ਦਾ ਸਦਕਾ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਸਾਲਾਨਾ ਆਮਦਨ ਹੈ ਉਹ 580 ਤੋਂ ਵਧਾ ਕੇ 702 ਕਰੋੜ ਤੋਂ ਵਧਾ ਕੇ ਇਸ ਸਾਲ 1022 ਕਰੋੜ ਕਰ ਲਈ ਹੈ। ਤੇ ਜੇ ਫਿਰ ਸੁਖਵਿੰਦਰ ਸਰਕਾਰੀਆ ਸਾਹਿਬ ਅਕਾਲੀ ਦਲ ਨੂੰ ਇਹ ਕਹਿ ਰਹੇ ਹੈਗੇ ਨੇ ਵੀ ਤੁਸੀਂ 3000 ਕਰੋੜ ਦਾ ਨੁਕਸਾਨ ਕੀਤਾ, ਤੇ ਹਰਿਆਣਾ ਨੂੰ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਡੀ ਨਜ਼ਰਾਂ ਸ਼ਰਮ ਨਾਲ ਝੁਕ ਜਾਂਦੀਆਂ ਨੇ, ਕਿਉਂਕਿ ਸਾਡੀ ਨੀਤੀ ਜਾਂ ਸਾਡੀ ਨੀਅਤ ਜਾਂ ਫਿਰ ਆਪਣੇ ਸੂਬੇ ਵਿੱਚ ਹੋ ਰਹੇ ਅਵੈਧ ਖਨਨ, ਇਲੀਗਲ ਮਾਈਨਿੰਗ ਉੱਤੇ ਰੋਕ ਨਾ ਲਾ ਪਾਉਣਾ, ਸਾਡੀ ਉਹ ਨਲਾਇਕੀ, ਕਮਜ਼ੋਰੀ ਤੇ ਉਹ ਨਾਕਾਮਯਾਬੀ ਦਾ ਸਦਕਾ ਸਾਨੂੰ ਜੇ ਇੱਕ ਮੋਟਾ ਐਸਟੀਮੇਟ ਲਗਾਈਏ ਤਾਂ ਲਗਭਗ 5 ਤੋਂ 700 ਕਰੋੜ ਦਾ ਸਾਲਾਨਾ ਲਾਸ ਹੋ ਰਿਹਾ। ਤੇ ਜੇ ਪਿਛਲੇ 3 ਜਾਂ 4 ਸਾਲਾਂ ਦੇ ਵਿੱਚ ਇਸ ਨੂੰ ਆਪਾਂ ਐਕਸਟ੍ਰੈਪੋਲੇਟ ਕਰੀਏ, ਵਧਾ ਕੇ ਵੇਖੀਏ, ਤਾਂ ਇਹ ਪੂਰਾ ਲਾਸ ਲਗਭਗ 2000 ਕਰੋੜ ਦਾ ਹੋ ਜਾਂਦਾ ਹੈ। ਸੋ ਮੰਤਰੀ ਸਾਹਿਬ ਦਾ ਇਹ ਐਸਟੀਮੇਟ ਬਿਲਕੁਲ ਹੀ ਗਲਤ ਹੋ ਸਕਦਾ ਹੈ, ਇਹ ਬਿਲਕੁਲ ਘੱਟ ਵੀ ਹੋ ਸਕਦਾ ਹੈ, ਕਿਉਂਕਿ ਪੰਜਾਬ ਦੇ ਮਾਈਨਿੰਗ ਮਿਨਿਸਟਰ 3000 ਕਰੋੜ ਦਾ ਅਕਾਲੀ ਸਰਕਾਰ ਦੇ ਵਕਤ ਦੇ ਦੌਰਾਨ ਹੋਇਆ ਨੁਕਸਾਨ ਬਹੁਤ ਘੱਟ ਆਂਕੜੇ ਹੋ ਸਕਦੇ ਨੇ। ਤੇ ਇਸ ਦੇ ਨਾਲ ਹੀ ਇਹ ਵੀ ਕਹਿਣਾ ਤੇ ਸਮਝਣਾ ਜ਼ਰੂਰੀ ਬਣ ਜਾਂਦਾ ਹੈ, ਜਿਵੇਂ ਕਿ ਅਸੀਂ ਆਪਣੇ ਪਹਿਲੇ ਐਪੀਸੋਡ ਵਿੱਚ ਦੱਸਿਆ ਸੀ ਵੀ ਇਹ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ। ਇਹ ਸਮਝਣ ਦੀ ਗੱਲ ਹੈ, ਮੰਤਰੀ ਸਾਹਿਬ ਜੇ 300 ਕਰੋੜ ਰੁਪਏ ਸਾਲਾਨਾ ਆਮਦਨ ਮਾਈਨਿੰਗ ਤੋਂ ਇਕੱਠੀ ਹੋਣ ਦੀ ਗੱਲਬਾਤ ਜਾਂ ਉਸ ਪ੍ਰਾਪਤੀ ਨੂੰ ਹੀ ਬਹੁਤ ਵੱਡੀ ਉਪਲਬਧੀ ਦੱਸਦੇ ਨੇ, ਤਾਂ ਉਹਨਾਂ ਨੂੰ ਗੁਆਂਢੀ ਸੂਬੇ ਹਰਿਆਣਾ ਵੱਲ ਝਾਕ ਲੈਣਾ ਚਾਹੀਦਾ ਹੈ, ਜੋ ਕਿ ਉਹਨਾਂ ਤੋਂ ਲਗਭਗ 3 ਗੁਣਾ ਜ਼ਿਆਦਾ ਪੈਸਾ ਕਮਾ ਰਿਹਾ ਹੈ, ਜਦੋਂ ਕਿ ਇੱਕ ਨਦੀ ਹਰਿਆਣੇ ਕੋਲ ਹੈਗੀ ਹੈ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਪੰਜਾਬ ਦੀਆਂ ਵੱਖ-ਵੱਖ ਬੈਲਟਾਂ ਜਿਹੜੀਆਂ ਪਠਾਨਕੋਟ ਤੋਂ ਲੈ ਕੇ ਬਿਆਸ ਦੇ ਵਿੱਚ ਮੁਕੇਰੀਆਂ, ਹੁਸ਼ਿਆਰਪੁਰ, ਇਹ ਸਾਰੀਆਂ ਬੈਲਟਾਂ ਜਿੱਥੇ ਕਿ ਇਲੀਗਲ ਮਾਈਨਿੰਗ ਵੀ ਹੁੰਦੀ ਹੈ, ਲੀਗਲ ਖੱਡਾਂ ਵੀ ਨੇ, ਇਸ ਤੋਂ ਇਲਾਵਾ ਸਤਲੁਜ ਦਾ ਦਰਿਆ,
ਰੋਪੜ ਅਨੰਦਪੁਰ ਸਾਹਿਬ ਜਿੱਥੇ ਕਿ ਬਹੁਤ ਵੱਡੇ ਪੱਧਰ ਦੀ ਮਾਈਨਿੰਗ ਹੁੰਦੀ ਹੈ, ਸਟੋਨ ਕ੍ਰਸ਼ਰ ਵੀ ਨੇ, ਬਹੁਤ ਸੇ ਇਲੀਗਲ ਜਿਹੜੀਆਂ ਕੁਆਰਿੰਗ ਦੀਆਂ ਖਬਰਾਂ ਇਹਨਾਂ ਇਲਾਕਿਆਂ ਤੋਂ ਆਉਂਦੀਆਂ ਨੇ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਦਾ ਇਲਾਕਾ, ਤੇ ਫਿਰ ਇੱਧਰ ਦੂਸਰੇ ਪਾਸੇ ਜੇ ਆਪਾਂ ਸੰਗਰੂਰ, ਬਠਿੰਡਾ ਦੀ ਗੱਲ ਕਰ ਲਈਏ ਤੇ ਨਾਲ ਰਾਜਪੁਰਾ ਦੀ, ਜਿੱਥੋਂ ਕਿ ਘੱਗਰ ਦਰਿਆ ਵਹਿੰਦਾ ਹੈ। 3 ਜਾਂ 4 ਬੈਲਟਾਂ ਨੇ ਜੋ ਕਿ ਲਗਭਗ 8 ਜਾਂ 9 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਇਹਨਾਂ ਦੇ ਵਿੱਚ ਹੀ ਜ਼ਿਆਦਾ ਮਾਈਨਿੰਗ ਹੁੰਦੀ ਹੈ। ਉਸ ਤੋਂ ਹੋਣ ਵਾਲੀ ਆਮਦਨ ਪੰਜਾਬ ਦੀ 3 ਵੱਡੇ ਦਰਿਆ ਤੇ ਇੱਕ ਸੀਜ਼ਨਲ ਜਿਹੜਾ ਦਰਿਆ ਹੈ ਘੱਗਰ ਦਾ, ਉਸ ਤੋਂ ਹੋਣ ਵਾਲੀ ਆਮਦਨ ਹਰਿਆਣਾ ਦੇ ਇੱਕ ਯਮੁਨਾ ਦਰਿਆ ਤੋਂ ਇੰਨੀ ਘੱਟ ਕਿਉਂ ਹੈ? ਇਹ ਸਵਾਲ ਜਾਂ ਇਹ ਜਿਹੜੀ ਗੱਲਬਾਤ ਹੈ ਇਹ ਗਲੇ ਤੋਂ ਨਹੀਂ ਉਤਰਦੀ ਹੈ, ਇਹ ਸਵਾਲ ਖੜਾ ਦਾ ਖੜਾ ਰਹਿੰਦਾ ਹੈ। ਇਹ ਵੀ ਸਮਝ ਲਈ ਵੀ ਪੰਜਾਬ ਦੇ ਵਿੱਚ ਜਿਹੜੀ ਲਾਅ ਇਨਫੋਰਸਮੈਂਟ ਦੇ ਪੱਖੋਂ ਗੈਰ ਕਾਨੂੰਨੀ ਖਨਨ ਨੂੰ ਰੋਕੇ ਜਾਣ ਦੀ ਜਿਹੜੀ ਕੋਸ਼ਿਸ਼ਾਂ ਹੋਈਆਂ ਨੇ, ਉਸ ਉੱਤੇ ਇੱਕ ਤੋਂ ਬਾਅਦ ਇੱਕ ਟਿੱਪਣੀਆਂ ਆਉਂਦੀਆਂ ਰਹੀਆਂ ਨੇ। ਦਿਨੇਸ਼ ਚੱਡਾ ਇੱਕ ਆਮ ਆਦਮੀ ਪਾਰਟੀ ਦੇ ਆਗੂ ਹੈਗੇ ਨੇ ਜੋ ਕਿ ਆਰਟੀਆਈ ਐਕਟਿਵਿਸਟ ਨੇ। ਉਹਨਾਂ ਨੇ ਲਗਾਤਾਰ ਇਹਨਾਂ ਮੁੱਦਿਆਂ ਦੇ ਉੱਤੇ ਆਪਣੀ ਆਵਾਜ਼ ਚੁੱਕੀ ਹੈ ਤੇ ਉਹਨਾਂ ਨੇ ਕਈ ਥਾਵਾਂ ਤੇ ਐਨਜੀਟੀ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀਆਂ ਦਿੱਤੀਆਂ ਨੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਸਾਲ ਅਪ੍ਰੈਲ 2021 ਦੇ ਵਿੱਚ ਜਿਹੜਾ ਇੱਕ ਫੈਸਲਾ ਆਇਆ ਹੈ, ਉਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਨਾਕਾਮਯਾਬ ਸਰਕਾਰ ਦੱਸਿਆ ਹੈ ਇਲੀਗਲ ਮਾਈਨਿੰਗ ਨੂੰ ਰੋਕਣ ਦੇ ਪੱਖੋਂ। ਦਿਨੇਸ਼ ਚੱਡਾ ਜੋ ਕਿ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਵੀ ਨੇ, ਆਰਟੀ ਐਕਟਿਵਿਸਟ ਨੇ, ਉਹਨਾਂ ਨੇ 2018 ਵਿੱਚ ਅਦਾਲਤ ਜਾਂ ਐਨਜੀਟੀ ਦਾ ਰੁਖ ਕੀਤਾ। ਐਨਜੀਟੀ ਦੇ ਵਿੱਚ ਉਹਨਾਂ ਨੇ ਗੁਹਾਰ ਇਹ ਲਾਈ ਸੀ ਵੀ ਪੰਜਾਬ ਸਰਕਾਰ ਇਹ ਚੀਜ਼ ਜਾਣਦੇ ਹੋਏ ਵੀ ਕਿਹੜੇ ਲੋਕ ਦੋਸ਼ੀ ਨੇ, ਗੈਰ ਕਾਨੂੰਨੀ ਜਿਹੜੀਆਂ ਖੱਡਾਂ, ਕੌਣ ਉੱਥੇ ਨਜਾਇਜ਼ ਮਾਈਨਿੰਗ ਕਰ ਰਿਹਾ, ਉਹਨਾਂ ਦੇ ਖਿਲਾਫ ਨਾ ਤਾਂ ਕਾਰਵਾਈ ਕਰ ਰਹੀ ਹੈ, ਨਾ ਹੀ ਉਹਨਾਂ ਤੋਂ ਉਹ ਵਸੂਲੀ ਕੀਤੀ ਗਈ ਹੈ ਜੋ ਕਿ ਉਹਨਾਂ ਨੇ ਅਜੇ ਤੱਕ ਨਜਾਇਜ਼ ਮਾਈਨਿੰਗ ਤੋਂ ਆਮਦਨ ਜਾਂ ਜਿਹੜੀ ਮੁਨਾਫੇ ਹੈਗੇ ਨੇ ਉਹ ਕਮਾਏ ਹੈਗੇ ਨੇ। ਲੇਕਿਨ ਇਸ ਦੇ ਬਾਅਦ ਵੀ ਕਈ ਸਾਲ ਬੀਤਣ ਤੋਂ ਬਾਅਦ ਨਾ ਤਾਂ ਪੰਜਾਬ ਸਰਕਾਰ, ਨਾ ਉਹਦੇ ਅਫਸਰ ਜਾਂ ਉਹ ਪ੍ਰਸ਼ਾਸਨਿਕ ਅਧਿਕਾਰੀ ਜੋ ਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਇਹ ਲੋਕਾਂ ਨੂੰ ਪੈਨਲਾਈਜ਼ ਕਰਨਾ, ਕਿਉਂਕਿ ਆਇਡੈਂਟੀਫਾਈਡ ਲੋਕ ਸਨ, ਉਹਨਾਂ ਦੇ ਉੱਤੇ ਜੁਰਮਾਨੇ ਲਾਣਾ, ਉਹਨਾਂ ਨੂੰ ਪੈਨਲਟੀਆਂ ਵਸੂਲ ਕਰਨਾ ਜਾਂ ਉਹਨਾਂ ਤੋਂ ਉਹ ਮੁਆਵਜ਼ਾ ਵਸੂਲ ਕਰਨਾ, ਉਹਨਾਂ ਨੇ ਕੁਝ ਨਹੀਂ ਕੀਤਾ। ਕੋਈ ਕਦਮ ਨਾ ਪੁੱਟਣ ਤੋਂ ਬਾਅਦ ਇਹ ਯਾਚਿਕਾ ਜਦੋਂ ਐਨਜੀਟੀ ਜਾਂਦੀ ਹੈ ਤਾਂ ਐਨਜੀਟੀ ਵੀ ਇਸ ਸਾਲ ਅਪ੍ਰੈਲ ਦੇ ਵਿੱਚ ਇਹ ਫੈਸਲਾ ਹਾਰ ਕੇ ਸੁਣਾਉਂਦਾ ਹੈ ਕਿ ਪੰਜਾਬ ਸਰਕਾਰ ਨਾਕਾਮਯਾਬ ਰਹੀ ਹੈ, ਲੇਕਿਨ ਅਸੀਂ ਬੇਬਸ ਹਾਂ ਕਿ ਅਸੀਂ ਹੁਣ ਉਹ ਰਿਕਵਰੀਜ਼, ਕੰਪਨਸੇਸ਼ਨ ਜਾਂ ਉਹ ਮੁਆਵਜ਼ਿਆਂ ਦੀ ਵਸੂਲੀ ਦੇ ਆਰਡਰ ਨਹੀਂ ਦੇ ਸਕਦੇ। ਇਹ ਕੰਮ ਮੈਟਰੋਪੋਲੀਟਨ ਅਦਾਲਤਾਂ ਦੇ ਹੈਗੇ ਨੇ, ਇਹ ਅਦਾਲਤਾਂ ਨੇ ਕੰਮ ਕਰਨਾ ਹੈ। ਸਾਡੀ ਜਿਹੜੀ ਮੈਂਡੇਟ ਹੈ, ਅਸੀਂ ਸਿਰਫ ਇਹੀ ਸਰਟੀਫਿਕੇਟ ਸਰਕਾਰ ਨੂੰ ਦਾਂਗੇ ਵੀ ਤੁਸੀਂ ਇੱਕ ਨਿਕੰਮੀ ਤੇ ਨਖਿੱਧ ਅਥਾਰਟੀ ਸਾਬਤ ਹੋਏ ਹੋ ਇਸ ਪੱਖੋਂ। ਸੋ ਇਸ ਤੋਂ ਵੱਡਾ ਸਰਟੀਫਿਕੇਟ ਹੋਰ ਪੰਜਾਬ ਸਰਕਾਰ ਨੂੰ ਕੀ ਚਾਹੀਦਾ? ਤੇ ਇਹ ਸਾਰੀਆਂ ਸਰਕਾਰਾਂ ਦੀ ਕਮੋਵੇਸ਼ ਸਥਿਤੀ ਹੈ, ਕਿਉਂਕਿ ਬੀਤੇ 5 ਸਾਲਾਂ ਤੋਂ ਜਦ ਤੋਂ 2017 ਅਸੈਂਬਲੀ ਚੋਣਾਂ ਤੋਂ ਬਾਅਦ ਤੋਂ ਗੈਰ ਕਾਨੂੰਨੀ ਰੇਤੇ ਦੀ ਜਿਹੜੀ ਮਾਈਨਿੰਗ ਦਾ ਮੁੱਦਾ ਇੱਕ ਪੋਲੀਟੀਕਲ ਮੁਹਾਵਰੇ ਜਾਂ ਇੱਕ ਪੋਲੀਟੀਕਲ ਸੈਂਟਰ ਸਟੇਜ ਤੇ ਵੀ ਫੋਕਸ ਹੋਇਆ, ਉਸ ਤੋਂ ਬਾਅਦ ਜ਼ਿਆਦਾ ਨਜ਼ਰ ਆ ਰਹੀਆਂ। ਲੇਕਿਨ ਪਿਛਲੇ 4.5 ਸਾਲਾਂ ਦੇ ਵਿੱਚ ਵੀ ਕੀ ਖੱਟ ਲਿਆ ਗਿਆ? ਇੱਕ ਹੋਰ ਆંકੜਾ ਕਾਫੀ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਹੈ। ਪੰਜਾਬ ਵਿੱਚ ਜਿਹੜੀ ਸਮਰੱਥਾ ਲੀਗਲ ਮਾਈਨਿੰਗ ਅਲੱਗ-ਅਲੱਗ 7 ਕਲਸਟਰ ਦੇ ਵਿੱਚ ਜਿਹੜੀ ਲੀਗਲ ਮਾਈਨਿੰਗ ਯਾਨੀ ਕਿ ਕਾਨੂੰਨੀ ਜਿਹੜੀ ਖਦਾਨ ਜਾਂ ਖਨਨ ਜਿਹੜਾ ਹੋ ਰਿਹਾ ਹੈ, ਉਸ ਤੋਂ ਜਿਹੜੀ ਕਪੈਸਿਟੀ ਜਨਰੇਟ ਹੁੰਦੀ ਹੈ ਉਹ ਲਗਭਗ 50 ਲੱਖ ਕਿਊਬਿਕ ਫੀਟ ਦੀ ਹੈ, ਜਦੋਂ ਕਿ ਜਿਹੜੀ ਖਪਤ ਦੱਸੀ ਜਾ ਰਹੀ ਹੈ ਪੰਜਾਬ ਜਾਂ ਫਿਰ ਆਸ-ਪਾਸ ਦੇ ਕੁਝ ਇਲਾਕਿਆਂ ਦੇ ਵਿੱਚ ਉਹ ਕਰੀਬਨ 4 ਕਰੋੜ ਕਿਊਬਿਕ ਫੀਟ ਦੀ ਦੱਸੀ ਜਾਂਦੀ ਹੈ। ਯਾਨੀ ਕਿ ਅਸੀਂ 4 ਕਰੋੜ ਕਿਊਬਿਕ ਫੀਟ ਜਿਹੜੀ ਮਾਈਨਿੰਗ ਹੈ ਉਹ ਹਰ ਸਾਲ ਕਰਦੇ ਹਾਂ, ਜਦੋਂ ਕਿ ਕਾਗਜ਼ਾਂ ਦੇ ਵਿੱਚ ਇਹ ਅੰਕੜਾ ਲਗਭਗ 50 ਲੱਖ ਕਿਊਬਿਕ ਫੀਟ ਤੋਂ ਉੱਤੇ ਟੱਪਦਾ ਨਹੀਂ ਹੈ। ਹੁਣ ਸਮਝਣ ਵਾਲੀ ਗੱਲ ਹੈ ਵੀ 3.5 ਕਰੋੜ ਕਿਊਬਿਕ ਫੀਟ ਦਾ ਇਹ ਜਿਹੜਾ ਗੈਪ ਹੈ, ਇਹ ਬਹੁਤ ਵੱਡਾ ਚਿੰਤਾ ਕਰ ਦੇਣ ਵਾਲਾ ਸਵਾਲ ਪੈਦਾ ਹੁੰਦਾ ਹੈ। ਫਿਰ ਮੰਤਰੀ ਸਾਹਿਬ ਸੁਖਵਿੰਦਰ ਸਰਕਾਰੀਆ ਨੂੰ ਸਮਝਣ ਦੀ ਇਹ ਲੋੜ ਹੈ ਵੀ ਸੂਬੇ ਦੇ ਖਜ਼ਾਨੇ ਦੇ ਵਿੱਚ ਤੁਹਾਡੇ 3000 ਕਰੋੜ ਆਵੇ, 300 ਕਰੋੜ ਆਵੇ ਜਾਂ 3 ਲੱਖ ਕਰੋੜ ਆਵੇ, ਇਸ ਤੋਂ ਵੱਡਾ ਸਰੋਕਾਰ ਸਾਡੇ ਲਈ ਉਹ ਵਾਤਾਵਰਣ ਨਾਲ ਜੁੜਿਆ ਹੋਇਆ ਇਸ਼ੂ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਹਰ ਸਾਲ 3.5 ਕਰੋੜ ਕਿਊਬਿਕ ਫਿਟ ਜਿਹੜੀ ਮਿੱਟੀ ਜਾਂ ਰੇਤ ਹੈ ਅਸੀਂ ਪੰਜਾਬ ਦੀ ਜ਼ਮੀਨ ਤੋਂ, ਧਰਤੀ ਤੋਂ ਕੱਢ ਲੈਂਦੇ ਹਾਂ। ਇੱਕ ਐਸਾ ਵਾਤਾਵਰਣ ਦਾ ਨੁਕਸਾਨ ਹੈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਇੱਕ ਅੰਕਲਨ ਹੈ, ਵੱਖ-ਵੱਖ ਕੋਰਟਾਂ ਦੇ ਵਿੱਚ ਚੁਣੌਤੀਆਂ ਜਦੋਂ ਦਿੱਤੀਆਂ ਗਈਆਂ ਨੇ, ਉਹਨਾਂ ਚੁਣੌਤੀਆਂ ਦੇ ਤਹਿਤ ਅੰਕੜਾ ਕੋਟ ਕੀਤਾ ਗਿਆ ਤੇ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈਗੀਆਂ ਨੇ। ਸਮਝਣ ਵਾਲੀ ਇੱਕ ਹੋਰ ਬਹੁਤ ਹੀ ਅਜੀਬ ਗੱਲ ਹੈਗੀ ਹੈ, ਉਹ ਇਹ ਹੈ ਕਿ ਬਹੁਤ ਸੀ ਜਿਹੜੀ ਖੁਦਾਈ ਜਾਂ ਜਿਹੜੀ ਮਾਈਨਿੰਗ ਪੰਜਾਬ ਦੇ ਵਿੱਚ ਹੁੰਦੀ ਹੈ, ਉਸ ਨੂੰ ਹਰਿਆਣਾ ਤੋਂ ਦੱਸ ਕੇ ਸੇਲ ਕੀਤਾ ਜਾਂਦਾ, ਯਾਨੀ ਕਿ ਬਿਲਿੰਗ ਹਰਿਆਣਾ ਤੋਂ ਕੀਤੀ ਜਾਂਦੀ ਹੈ, ਤਾਂ ਕਿ ਅਥਾਰਟੀਜ਼ ਨੂੰ ਜਾਂ ਜੇ ਕਦੇ ਕੋਈ ਉੱਚ ਪੱਧਰੀ ਜਾਂਚ ਇਹਨਾਂ ਮਾਮਲਿਆਂ ਦੇ ਵਿੱਚ ਹੋ ਜਾਵੇ ਤਾਂ ਇਹ ਸਮਝ ਵਿੱਚ ਨਾ ਆਵੇ ਕਿ ਜੇ ਪੰਜਾਬ ਦੀ ਸਮਰੱਥਾ 50 ਲੱਖ ਕਿਊਬਿਕ ਫੀਟ ਦੀ ਹੈਗੀ ਹੈ ਸਾਲਾਨਾ, ਤਾਂ ਉਸ ਹਾਲਾਤ ਦੇ ਵਿੱਚ ਅਸੀਂ 4 ਕਰੋੜ ਦੇ ਆਸ-ਪਾਸ ਕਿਊਬਿਕ ਫੀਟ ਕਿੱਥੋਂ ਲੈ ਕੇ ਆਉਂਦੇ ਹਾਂ ਤੇ ਉਹ ਫਿਰ ਖਪਦੀ ਕਿੱਥੇ ਹੈ? ਇਹ ਸਮਝਣ ਵਾਲੀ ਗੱਲ ਹੈ ਵੀ ਹਰਿਆਣਾ ਦੇ ਨਾਂ ਤੇ ਬਿਲਿੰਗ ਕਰਕੇ ਪੰਜਾਬ ਦੇ ਵਿੱਚ ਐਸੀ ਬਹੁਤ ਸੀ ਰੇਤੇ ਨੂੰ, ਬਜਰੀ ਨੂੰ, ਗ੍ਰੈਵਲ ਨੂੰ ਵੇਚਿਆ ਜਾ ਰਿਹਾ ਹੈ। ਇਲੀਗਲ ਸਟੋਨ ਕ੍ਰਸ਼ਰਸ ਦੇ ਜ਼ਰੀਏ ਇਹ ਕੰਮ ਧੜੱਲੇ ਨਾਲ ਚੱਲਦਾ ਰਿਹਾ ਹੈ। ਸਰਕਾਰਾਂ ਸੁੱਤੀਆਂ ਰਹੀਆਂ ਨੇ, ਸਰਕਾਰਾਂ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਰੱਖੀ ਹੈ। ਤਮਾਮ ਉਹ ਕੋਸ਼ਿਸ਼ਾਂ ਜੋ ਕਿ ਹੋਈਆਂ ਨੇ ਉਹ ਨਾਕਾਮਯਾਬ ਰਹੀਆਂ ਨੇ ਤੇ ਨਤੀਜੇ ਸਾਡੇ ਸਾਹਮਣੇ ਹੈਗੇ ਨੇ। ਪਠਾਨਕੋਟ ਦੇ ਵਿੱਚ ਹੋ ਰਹੀ ਇਲੀਗਲ ਮਾਈਨਿੰਗ, ਜਿਸ ਦੇ ਉੱਤੇ ਕਿ ਹਾਲ ਵਿੱਚ ਹੀ ਮੈਂਬਰ ਰਾਜ ਸਭਾ
ਪ੍ਰਤਾਪ ਬਾਜਵਾ ਨੇ ਸਵਾਲ ਚੁੱਕੇ ਸਨ, ਉਹਨਾਂ ਨੇ ਗੱਲ ਇਸ ਹੱਦ ਤੱਕ ਗੰਭੀਰ ਕੀਤੀ ਸੀ ਤੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਜਿਹੜੀ ਮਾਈਨਿੰਗ ਹੋ ਰਹੀ ਹੈ ਇੰਨੀ ਖਤਰਨਾਕ ਹੈ ਕਿ ਇਹ ਰੇਲਵੇ ਪੁਲਾਂ ਜਾਂ ਉਹ ਪੁਲ ਜੋ ਕਿ ਸਾਡੀ ਮੇਨ ਬਾਰਡਰ ਸਟੇਟ ਦੀ ਕਨੈਕਟੀਵਿਟੀ ਹੈ ਇੱਕ ਤੋਂ ਦੂਸਰੇ ਜ਼ਿਲ੍ਹੇ ਦੇ ਨਾਲ ਜਾਂ ਫਿਰ ਬਾਰਡਰ ਇਲਾਕਿਆਂ ਦੀ ਮੇਨਲੈਂਡ ਦੇ ਨਾਲ, ਉਹਨਾਂ ਪੁਲਾਂ ਨੂੰ, ਉਹਨਾਂ ਰੇਲਵੇ ਬ੍ਰਿਜਸ ਨੂੰ ਵੀ ਖਤਰਾ ਪਾਉਂਦੇ ਨੇ। ਤੇ ਇਹੀ ਗੱਲਾਂ ਬਾਤਾਂ ਅਦਾਲਤਾਂ ਜਾਂ NGT ਦੇ ਵੱਖ-ਵੱਖ ਡਿਸੀਜਨਸ ਦੇ ਵਿੱਚ ਵੀ ਸੁਣੀਆਂ ਜਾ ਸਕਦੀਆਂ ਨੇ, ਕਿਉਂਕਿ ਜ਼ਿਆਦਾ ਚਿੰਤਾਵਾਂ ਸੂਬੇ ਸਰਕਾਰ ਦੇ ਖਜ਼ਾਨੇ ਨੂੰ ਹੋ ਰਹੇ ਲਾਸ ਦਾ ਤਾਂ ਹੈ ਹੀ ਹੈ, ਯਾਨੀ ਕਿ ਉਸ ਨੁਕਸਾਨ ਦਾ ਤਾਂ ਹੈ ਹੀ ਹੈ ਜੋ ਕਿ ਆਮਦਨ ਦੀ ਸ਼ਕਲ ਵਿੱਚ ਪੰਜਾਬ ਸਰਕਾਰ ਨੂੰ ਹੋ ਰਿਹਾ, ਲੇਕਿਨ ਇੱਕ ਨੁਕਸਾਨ ਉਹ ਹੈ ਜੋ ਕਿ ਵਾਤਾਵਰਣ ਨੂੰ ਹੋ ਰਿਹਾ, ਤਾਂ ਬਹੁਤ ਵੱਡਾ ਨੁਕਸਾਨ ਹੈ। ਇਸ ਤੋਂ ਇਲਾਵਾ ਸਮਝਣ ਦੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਨੇ ਕਾਫੀ ਹੱਦ ਤੱਕ ਕਿਸਾਨਾਂ ਨੂੰ ਵੀ ਸੈਟੀਸਫਾਈਡ ਨਹੀਂ ਕੀਤਾ ਹੈ, ਯਾਨੀ ਕਿ ਮਾਈਨਿੰਗ ਪਾਲਿਸੀ ਦੇ ਵਿੱਚ ਕਿਸਾਨ ਜੋ ਕਿ ਲਗਾਤਾਰ ਇਹ ਮੰਗ ਕਰਦੇ ਆ ਰਹੇ ਸਨ, ਉਹ ਧਰਨੇ ਵੀ ਦਿੰਦੇ ਨੇ, ਮੁਜ਼ਾਹਰੇ ਵੀ ਕਰਦੇ ਨੇ, ਆਪਣੇ ਆਸ-ਪਾਸ ਦੇ ਪਿੰਡਾਂ ਜਾਂ ਆਪਣੇ ਆਸ-ਪਾਸ ਦੇ ਜਿਹੜੇ ਦਰਿਆਵਾਂ ਦੇ ਬੈਡਸ ਹੈਗੇ ਨੇ ਉਸ ਦੇ ਵਿੱਚ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਦੇਖਦੇ ਵੀ ਨੇ। ਉਹਨਾਂ ਦਾ ਇਹ ਕਹਿਣਾ ਸੀ ਵੀ ਪਿੰਡਾਂ ਦੇ ਵਿੱਚੋਂ ਜਿਹੜੀ ਮਿੱਟੀ ਪੱਟਣ ਦੀ ਜਿਹੜੀ ਅਨੁਮਤੀਆਂ ਹੈਗੀਆਂ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਕਿ ਉਹਨਾਂ ਲਈ ਵੀ ਕੁਝ ਆਮਦਨ ਦਾ ਹੀਲਾ ਹੋ ਸਕੇ। ਸੋ ਕੁਝ ਹਜ਼ਾਰ ਏਕੜ ਤੱਕ ਇਹ ਪਰਮਿਸ਼ਨਾਂ ਜਾਂ ਪਾਲਿਸੀ ਦੇ ਤਹਿਤ ਲਿਆਏ ਜਾਣ ਦੀਆਂ ਕੋਸ਼ਿਸ਼ਾਂ ਪੰਜਾਬ ਦੇ ਜਿਹੜੇ ਪੰਚਾਇਤੀ ਰਾਜ ਮੰਤਰੀ ਹੈਗੇ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਉਹਨਾਂ ਵੱਲੋਂ ਕੋਸ਼ਿਸ਼ਾਂ ਹੋਈਆਂ ਜਾਂ ਸਰਕਾਰ ਨੇ ਇੱਕ ਖਾਨਾ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਵੱਡਾ ਮਸਲਾ ਇਹ ਹੈ ਵੀ ਕਿਸਾਨਾਂ ਨੂੰ ਵੀ ਕੋਈ ਵੱਡੀ ਰਿਲੀਫ ਇਸ ਪੂਰੇ ਪਾਲਿਸੀ ਦੇ ਤਹਿਤ ਜਾਂ ਇਸ ਪੂਰੇ ਨੀਤੀ ਨਿਰਧਾਰਨ ਦੇ ਤਹਿਤ ਮਿਲ ਨਹੀਂ ਪਾਈ, ਕਿਉਂਕਿ ਜੇ ਘੱਟੋ ਘੱਟ ਅਸੀਂ ਕੁਦਰਤੀ ਸੋਮੇ ਯਾਨੀ ਕਿ ਆਪਣੇ ਨੈਚੁਰਲ ਰਿਸੋਰਸ ਮਿੱਟੀ ਨੂੰ ਜਾਂ ਰੇਤ ਨੂੰ ਪੱਟ ਰਹੇ ਹਾਂ, ਚਾਹੇ ਰਿਵਰ ਬੈਡ 'ਚੋਂ ਕੱਢ ਰਹੇ ਹਾਂ ਜਾਂ ਫਿਰ ਖੇਤਾਂ 'ਚੋਂ ਜ਼ਮੀਨ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ, ਤਾਂ ਉਸ ਦਾ ਕੁਝ ਲਾਹਾ ਜਾਂ ਉਸ ਦੇ ਜ਼ਰੀਏ ਕੁਝ ਆਮਦਨ ਜੇ ਸਾਡੇ ਕਿਸਾਨਾਂ ਨੂੰ ਵੀ ਹੋ ਜਾਂਦੀ ਤਾਂ ਵੀ ਸਾਡੇ ਲਈ ਕੁਝ ਹੱਦ ਤੱਕ ਕੰਪਨਸੇਸ਼ਨ ਹੋਣੀ ਸੀ। ਲੇਕਿਨ ਅਸੀਂ ਦੇਖਿਆ ਵੀ ਤੈਅਸ਼ੁਦਾ 10 ਫੀਟ ਤੋਂ ਜ਼ਿਆਦਾ ਖਦਾਨਾਂ ਨੂੰ 20-20, 40-40, 50-50 ਫੀਟ ਖੋਤਿਆ ਜਾਂਦਾ ਹੈ ਤੇ ਕੋਈ ਵਾਲੀ ਵਾਰਿਸ ਉਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਰਿਮੋਟ ਇਲਾਕਿਆਂ ਦੇ ਵਿੱਚ ਜਿੱਥੇ ਗੱਡੀਆਂ ਤੱਕ ਨਹੀਂ ਜਾ ਸਕਦੀਆਂ, ਜਿੱਥੇ ਇਨਫੋਰਸਮੈਂਟ ਟੀਮਾਂ ਤੱਕ ਨਹੀਂ ਜਾ ਸਕਦੀਆਂ, ਕੋਈ ਵਾਲੀ ਵਾਰਿਸ ਇਸ ਚੀਜ਼ ਨੂੰ ਰੋਕਣ ਵਾਲਾ ਨਹੀਂ ਹੈ ਵੀ ਕਿੰਨੀ ਖੁਦਾਈ ਕਿਸ ਬੰਦੇ ਨੇ ਕਰ ਲਈ। ਉਹ ਲੋਕ ਜੋ ਕਿ ਕਾਨੂੰਨੀ ਤੌਰ ਤੇ ਵੀ ਜਿਨ੍ਹਾਂ ਕੋਲ ਲਾਇਸੈਂਸ ਹੈਗੇ ਨੇ ਜਾਂ ਜੋ ਕਿ ਕਾਨੂੰਨੀ ਤੌਰ ਤੇ ਵੀ ਜਿਨ੍ਹਾਂ ਕੋਲ ਮਨਜ਼ੂਰੀ ਹੈ ਖਦਾਨ ਦੇ ਵਿੱਚੋਂ ਖੁਦਾਈ ਕਰਨ ਦੀ ਜਾਂ ਫਿਰ ਮਾਈਨਿੰਗ ਕਰਨ ਦੀ, ਉਹ ਲੋਕ ਵੀ ਨਜਾਇਜ਼ ਮਾਈਨਿੰਗ ਕਰ ਰਹੇ ਨੇ। ਗੁੰਡਾ ਟੈਕਸ ਦੀ ਗੱਲਬਾਤ ਅਸੀਂ ਪਹਿਲਾਂ ਕਰ ਚੁੱਕੇ ਹਾਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ CBI ਜਾਂਚ ਦੀ ਵੀ ਗੱਲ ਕਰਤੀ ਸੀਗੀ, ਲੇਕਿਨ ਪੰਜਾਬ ਸਰਕਾਰ ਨੇ ਫਿਰ ਹਾਈ ਕੋਰਟ ਕੋਲ ਜਾ ਕੇ ਤਰਲੇ ਮਾਰੇ ਕਿ ਇਹ ਜਾਂਚ ਨੂੰ ਅਸੀਂ ਖੁਦ ਕਰ ਲਾਂਗੇ ਤੇ ਇੱਕ ਰੀਕਾਲ ਕਰਵਾਇਆ ਹਾਈ ਕੋਰਟ ਦਾ ਆਰਡਰ, ਤੇ ਜਾਂਚ CBI ਤੋਂ ਫਿਰ ਵਾਪਸ ਪੰਜਾਬ ਸਰਕਾਰ ਕੋਲ ਆ ਗਈ। ਸੋ ਇਸ ਹਾਲਾਤ ਦੇ ਵਿੱਚ ਸਵਾਲ ਹੀ ਖੜਾ ਹੋ ਰਿਹਾ ਵੀ ਪਹਿਲਾਂ ਦੀਆਂ ਅਕਾਲੀ ਦਲ ਦੀਆਂ ਸਰਕਾਰਾਂ ਹੋਣ ਜਿਨ੍ਹਾਂ ਨੇ ਕਿ ਲੁੱਟ ਖਸੁੱਟ ਦਾ ਸਿਲਸਿਲਾ ਬਾਦਸਤੂਰ ਬਣਾਇਆ, ਇੱਕ ਕਲਚਰ ਡਿਵੈਲਪ ਕੀਤਾ ਜੋ ਕਿ ਕਲਚਰ ਨਾ ਸਿਰਫ ਇੱਕ ਸੰਸਾਧਨ ਦੇ ਪੱਖੋਂ, ਇੱਕ ਕੁਦਰਤੀ ਸੋਮੇ ਦੀ ਐਕਸਪਲੋਟੇਸ਼ਨ ਦੇ ਪੱਖੋਂ ਕਾਫੀ ਜ਼ਿਆਦਾ ਗੰਭੀਰ ਸੀ, ਬਲਕਿ ਉਹ ਇੱਕ ਕਲਚਰ ਪੰਜਾਬ ਦਾ ਇੱਕ ਅਹਿਮ ਸਿਆਸੀ ਕਲਚਰ ਬਣ ਗਿਆ, ਜਿਸ ਦੇ ਤਹਿਤ ਕਿ ਆਪਣੇ ਚਹੇਤਿਆਂ, ਆਪਣੇ ਗਰਾਊਂਡ ਲੈਵਲ ਦੇ ਆਪਰੇਟਿਵਸ, ਆਪਣੇ ਮਸਲਮੈਨ, ਉਹਨਾਂ ਨੂੰ ਇਸ ਕੰਮ ਦੇ ਵਿੱਚ ਲਾਣਾ, ਉਹਨਾਂ ਨੂੰ ਉਹਨਾਂ ਦੇ ਰੋਜ਼ਗਾਰ ਦੇ ਪ੍ਰਤੀ ਜਾਂ ਉਹਨਾਂ ਦੇ ਮੁਨਾਫੇ ਦੇ ਪ੍ਰਤੀ ਕੁਛ ਨਾ ਕੁਛ ਹਿੱਸਾ ਪੱਤੀ ਦੇਣਾ ਤੇ ਫਿਰ ਉਹਨਾਂ ਤੋਂ ਚੋਣਾਂ ਦੇ ਵਿੱਚ ਕੰਮ ਲੈਣਾ। ਇੱਕ ਰਵਾਇਤ ਸੀ ਜੋ ਕਿ ਸ਼ੁਰੂ ਹੋਈ ਅਕਾਲੀ ਦਲ ਦੇ ਵਕਤ ਸ਼ੁਰੂ ਹੋਈ, ਲੇਕਿਨ ਉਸ ਤੋਂ ਪਹਿਲਾਂ ਵੀ ਚੱਲਦੀ ਆ ਰਹੀ ਸੀ। ਲੇਕਿਨ ਅਕਾਲੀ ਦਲ ਦਾ ਜਿਹੜਾ ਇੰਸਟੀਟਿਊਸ਼ਨ ਸੀ ਜਾਂ ਇੰਸਟੀਟਿਊਸ਼ਨਲਾਈਜ਼ ਉਹਨਾਂ ਨੇ ਜਿਸ ਤਰੀਕੇ ਨਾਲ ਇਸ ਮਾਈਨਿੰਗ ਦੇ ਬਿਜ਼ਨਸ ਨੂੰ ਕੀਤਾ ਤੇ ਜਿਵੇਂ ਵੱਡੇ ਨਾਂ ਇਹਨਾਂ ਪੂਰੇ ਮਾਮਲਿਆਂ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਅਕਾਲੀ ਦਲ ਦੀ ਲੀਡਰਸ਼ਿਪ ਦੇ, ਸਥਾਨਕ MLAs ਦੇ, ਤੇ ਅੱਜ ਵੀ ਇਹ ਸਭ ਤੋਂ ਜ਼ਿਆਦਾ ਤਰਾਸਦੀ ਤੇ ਮੰਦਭਾਗੀ ਗੱਲ ਇਹ ਹੈ ਕਿ ਬਹੁਤ ਸੇ ਜਿਹੜੇ ਵਿਧਾਇਕ ਹੈਗੇ ਨੇ, ਬਹੁਤ ਸੇ ਐਸੇ ਪੋਲੀਟੀਸ਼ੀਅਨਸ ਹੈਗੇ ਨੇ, ਜਿੱਤੇ ਹੋਏ ਵਿਧਾਇਕ, ਹਾਰੇ ਹੋਏ ਵਿਧਾਇਕ, ਭਾਵੇਂ ਕੋਈ ਵਿਧਾਇਕ ਕਿਸੇ ਵੀ ਪਾਰਟੀ ਦਾ ਹੋਵੇ, ਇੱਕ ਬਹੁਤ ਵੱਡੀ ਗਿਣਤੀ ਐਸੀ ਵਿਧਾਇਕਾਂ ਦੀ ਹੈ ਜਿਨ੍ਹਾਂ ਨੇ ਕਦੀ ਵੀ ਅਵੈਧ ਖਨਨ ਜਾਂ ਮਾਈਨਿੰਗ ਮਾਫੀਆ ਦੇ ਖਿਲਾਫ ਆਵਾਜ਼ ਤੱਕ ਨਹੀਂ ਚੁੱਕੀ ਹੈ। ਤੇ ਖਬਰਾਂ ਇਹ ਵੀ ਆਉਂਦੀਆਂ ਰਹੀਆਂ ਨੇ ਸਮੇਂ-ਸਮੇਂ ਤੇ ਕਿ ਬਹੁਤ ਵੱਡੀ ਗਿਣਤੀ ਹੈ ਇਹੋ ਜਿਹੇ ਬਹੁਤ ਸੇ ਸਿਆਸਤਦਾਨਾਂ ਦੀ, MLAs ਦੀ, ਜਾਂ ਉਹ ਲੋਕ ਜੋ ਕਿ MLAs ਬਣ ਨਹੀਂ ਪਾਏ, ਚਾਹੇ ਉਹ ਰੂਲਿੰਗ ਪਾਰਟੀ ਦੇ ਨੇ ਜਾਂ ਫਿਰ ਵਿਰੋਧੀ ਪਾਰਟੀਆਂ ਦੇ ਨੇ, ਇਕੱਠੇ ਮਿਲ ਕੇ ਰਲਗੜ ਦੇ ਨਾਲ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਕੰਮ ਧੰਦੇ ਦੇ ਵਿੱਚ ਲੱਗੇ ਹੋਏ ਨੇ। ਸੋ ਇਹਨਾਂ ਨੂੰ ਕੌਣ ਰੋਕੇਗਾ? ਸਰਕਾਰਾਂ ਦੀ ਨੀਅਤ ਤੇ ਨੀਤੀ ਦੋਵਾਂ ਦੇ ਵਿੱਚ ਇੱਕ ਬਹੁਤ ਵੱਡਾ ਖੋਟ ਨਜ਼ਰ ਆਇਆ, ਖਾਸ ਕਰਕੇ ਉਹ ਸਰਕਾਰ ਜਿਸ ਤੋਂ ਆਸਾਂ ਉਮੀਦਾਂ ਜ਼ਿਆਦਾ ਸਨ। ਤਾਂ ਸਾਡਾ ਫੋਕਸ ਮੌਜੂਦਾ ਸਰਕਾਰ ਤੇ ਹੀ ਹੈ। ਪੰਜਾਬ ਸਰਕਾਰ ਨੇ ਇੱਕ ਐਨਫੋਰਸਮੈਂਟ ਡਾਇਰੈਕਟਰ ਬਣਾਤਾ ਜੋ ਕਿ ਧਰ ਪਕੜ ਕਰੇਗਾ ਹੁਣ ਇਲੀਗਲ ਮਾਈਨਿੰਗ ਕਰਨ ਵਾਲੇ ਲੋਕਾਂ ਦੀ। ਪਿਛਲੇ ਵੀਡੀਓ 'ਚ ਮੈਂ ਜ਼ਿਕਰ ਕਰ ਚੁੱਕਾ ਹਾਂ 200 ਲੋਕਾਂ ਦੀ ਟੀਮ, ਕਈ DSP SP ਲੈਵਲ ਦੇ ਅਧਿਕਾਰੀ, ਇਹ ਸਭ ਕੁਝ ਹੋਏਗਾ। ਲੇਕਿਨ ਸਰਕਾਰਾਂ ਨੂੰ ਇਹ ਚੀਜ਼ ਕੌਣ ਸਮਝਾਵੇ ਵੀ ਜਦੋਂ ਵੀ ਇਸ ਕਿਸਮ ਦੇ ਹੱਥਕੰਡੇ ਜਾਂ ਇਸ ਕਿਸਮ ਦੇ ਥਾਣੇਦਾਰੀ ਵਾਲੇ ਹੱਥਕੰਡੇ ਸਰਕਾਰਾਂ ਅਪਣਾਉਂਦੀਆਂ ਨੇ ਤਾਂ ਉਸ ਵਕਤ ਮਾਰਕੀਟ ਦੇ ਵਿੱਚ ਇੱਕ ਆਰਟੀਫਿਸ਼ੀਅਲ ਸਕੈਰਸਿਟੀ ਯਾਨੀ ਕਿ ਉਸ ਸੰਸਾਧਨ ਦੀ, ਰੇਤੇ ਦੀ, ਬਜਰੀ ਦੀ ਕਮੀ ਦੀ ਹਾਲਾਤ ਕ੍ਰੀਏਟ ਕਰਤੇ ਜਾਂਦੇ ਨੇ। ਉਹ ਲੋਕਾਂ ਵੱਲੋਂ ਹੀ ਕੀਤੇ ਜਾਂਦੇ ਨੇ ਜੋ ਕਿ ਨਜਾਇਜ਼ ਮਾਈਨਿੰਗ ਕਰਦੇ ਨੇ ਤੇ ਉਸ ਹਾਲਾਤ ਦੇ ਵਿੱਚ ਰੇਟ ਉੱਤੇ ਜਾਂਦੇ ਨੇ। ਇਹ ਚੀਜ਼ਾਂ ਅਸੀਂ ਹੁੰਦੀਆਂ ਹੋਈਆਂ ਵੇਖੀਆਂ ਨੇ। ਕਰਤਾਰਪੁਰ ਦੇ ਕੋਰੀਡੋਰ ਜਿਹੜੀ ਕੰਪਨੀ ਬਣਾ ਰਹੀ ਸੀ ਉਸ ਨੂੰ ਵੀ ਪੰਜਾਬ ਦੇ ਵਿੱਚੋਂ ਰੇਤਾ
ਤੇ ਬਜਰੀ ਮਿਲਣ ਦੇ ਵਿੱਚ ਸਮੱਸਿਆਵਾਂ ਆਈਆਂ ਤੇ ਕਈ ਹਫ਼ਤੇ ਉਹਨਾਂ ਦਾ ਕੰਮ ਰੁਕਿਆ ਰਿਹਾ ਜਦੋਂ ਕਿ ਉਹਨਾਂ ਦੀ ਡੈਡਲਾਈਨ ਨੇੜੇ ਆ ਰਹੀ ਸੀ ਅਕਤੂਬਰ ਦੀ। ਸੋ ਸਮਝਣ ਵਾਲੀ ਗੱਲ ਹੈ ਵੀ ਜਦ ਐਡੇ ਵੱਡੇ ਕੰਮਕਾਜ ਲਈ ਵੀ ਇੱਕ ਐਸੀ ਆਰਟੀਫਿਸ਼ੀਅਲ ਸਕੈਰਸਿਟੀ ਕ੍ਰੀਏਟ ਕਰ ਦੇਣਾ ਉਸ ਮਾਫੀਆ ਦੀ ਇੱਕ ਫਿਤਰਤ ਹੈ, ਉਸ ਦਾ ਇੱਕ ਕਲਚਰ ਹੈ। ਉਸ ਹਾਲਾਤ ਦੇ ਵਿੱਚ ਇਸ ਕਿਸਮ ਦੇ ਦਬਿਸ਼ ਕਰਨ ਵਾਲੇ ਜਾਂ ਇਸ ਕਿਸਮ ਦੇ ਥਾਣੇਦਾਰੀ ਵਾਲੇ ਹੱਥਕੰਡੇ ਕਿਸ ਹੱਦ ਤੱਕ ਕਾਮਯਾਬ ਹੋਣਗੇ। ਸੋ ਇਹ ਸਵਾਲ ਖੜੇ ਦੇ ਖੜੇ ਨੇ। ਲੇਕਿਨ ਜਿਹੜੇ ਅੰਕੜੇ ਅਸੀਂ ਤੁਹਾਨੂੰ ਦਿੱਤੇ ਨੇ, ਚਾਹੇ ਗੁਆਂਢੀ ਸੂਬੇ ਹਰਿਆਣਾ ਦੇ ਨਾਲ ਕੰਪੇਅਰ ਕਰਕੇ ਵੇਖ ਲਈਏ, ਅਸੀਂ ਸਾਬਕਾ ਅਕਾਲੀ ਸਰਕਾਰ ਦੇ ਪੱਖੋਂ ਦੇਖ ਲਈਏ, ਮੌਜੂਦਾ ਸਰਕਾਰ ਦੇ ਦਾਅਵਿਆਂ ਦੀ ਗੱਲ ਕਰ ਲਈਏ, ਇਹ ਪੂਰਾ ਮੁੱਦਾ ਇੱਕ ਵੱਡੇ ਵਾਤਾਵਰਣ ਦੇ ਨਾਲ ਜਾਂ ਉਸ ਦੀ ਹੋ ਰਹੀ ਲੁੱਟ ਖਸੁੱਟ ਦਾ ਮੁੱਦਾ ਜ਼ਿਆਦਾ ਹੈ। ਸੂਬੇ ਦੇ ਖਜ਼ਾਨੇ ਨੂੰ ਕਿੰਨਾ ਪੈਸਾ ਮਿਲ ਰਿਹਾ ਹੈ, ਨਹੀਂ ਮਿਲ ਰਿਹਾ। ਤੁਹਾਡੀਆਂ ਜਿਹੜੀਆਂ ਨਿਲਾਮੀਆਂ ਹੁੰਦੀਆਂ ਨੇ, ਈ ਆਕਸ਼ਨ ਜਿਸ ਨੂੰ ਕਿਹਾ ਜਾਂਦਾ, ਉਸ ਦੇ ਵਿੱਚ ਜੇ ਕੋਈ ਬਿਲਡਰ ਜ਼ਿਆਦਾ ਪੈਸੇ ਬਿਡ ਕਰ ਦਿੰਦਾ ਹੈ ਤਾਂ ਉਸ ਦਾ ਮਤਲਬ ਇਹ ਵੀ ਮੰਨਿਆ ਜਾਣਾ ਚਾਹੀਦਾ ਹੈ ਕਿ ਉਹ ਵਾਲਾ ਬਿਡਰ ਆਪਣੇ ਇਲਾਕੇ ਦੇ ਵਿੱਚੋਂ ਜਾਇਜ਼ ਮਾਈਨਿੰਗ ਦੇ ਨਾਲ ਨਾਲ ਨਾਜਾਇਜ਼ ਮਾਈਨਿੰਗ ਵੀ ਜ਼ਿਆਦਾ ਕਰ ਸਕਦਾ ਹੈ ਤੇ ਉਹ ਕਰਦਾ ਵੀ ਹੈ। ਸੋ ਇਹ ਜਿਹੜੀ ਸਾਰੇ ਸਰਕਾਰ ਨੇ ਇਹਨਾਂ ਨੂੰ ਹੈਂਡਲ ਕਰਨ ਲਈ ਇੱਕ ਇਫੈਕਟਿਵ ਪਾਲਿਸੀ ਨੀਤੀ ਦੀ ਲੋੜ ਸੀ, ਜੋ ਕਿ ਪੰਜਾਬ ਦੇ ਵਿੱਚ ਨਹੀਂ ਹੈ। ਇੱਕ ਪਾਲਿਸੀ ਪੈਰਾਲਿਸਿਸ ਅਸੀਂ ਵੇਖਿਆ ਹੈ। ਇੱਕ ਐਸੀ ਬਿਮਾਰੂ, ਇੱਕ ਐਸੀ ਅਪਾਹਜ ਨੀਤੀ ਲੈ ਕੇ ਅਸੀਂ ਤੁਰਦੇ ਪਏ ਹਾਂ ਤੇ तमाम ਲੈਸਨਸ ਲੈਣ ਤੋਂ ਬਾਅਦ ਵੀ, ਤੇਲੰਗਾਨਾ ਵਰਗੇ ਸੂਬਿਆਂ ਦਾ ਮਾਡਲ ਫੋਲੋ ਕਰਨ ਤੋਂ ਬਾਅਦ ਵੀ ਸਾਡੀਆਂ ਸਰਕਾਰਾਂ न जाने किस मुगालते दे विच हैगियां ने। ना सिर्फ मुगालता बल्कि एक अपराधिक लैवल की कंपलिसिटी हो सकती है, मिली भुगत हो सकती है, रलगड़ होने की पूरी एक स्थिति हो सकती है, जिथे कि सरकारां नूं पता है कि जिहड़ी कमाई मंत्रियों की जेबां दे विच, विधायकों की जेबां दे विच, चुने हुए नुमाइंदियां तो लैके पॉलिटिशियन या सियासतदानां की जेबां विच या फिर स्थानक पुलिस, माइनिंग अफसर ते होर उतले अधिकारियों की जेबां दे विच इलीगल माइनिंग के जरिए जाना है, उसका कोई भी हिस्सा उस वक्त नहीं उन्होंने हिस्से पाएगा जदों कि माइनिंग की एक पुख्ता नीति सामने आ जाएगी, जिसकी कल्पना शायद तेलंगाना या उस मॉडल को स्टडी करने तो बाद नवजोत सिंह सिद्धू होना ने की सी। सो नवजोत सिंह सिद्धू की पॉलिसी कितनी कामयाब नाकामयाब होंगी यह तो समा दसदा जदों उसनूं लागू किया जाता। लेकिन ये तय है 1000 क्यूबिक फीट का टिप्पर सानूं 10,000 रुपये का मिलना चाहिए सीगा, वो अज सानूं 25 तो 32 या 35,000 का भी जे असी फाइन क्वालिटी की आनंदपुर साहब वाली रेत लैने हैं तो उन्हें का मिल रहा है। सो इस तो वड्डी त्रासदी नहीं है। खजाने च की भरिया नहीं कर भरिया वो बात की गल है, लेकिन साडा जिहड़ा कुदरती सोमा है, साडा लैंड है, साडी जमीनां हैगियां ने, साडी माँ भूमि है, उस दे विचों किन्नी मिट्टी कढ़ ली गई हैगी है, किन्ने किन्ने करोड़ क्यूबिक फीट मिट्टी हर साल कढ़ी गई है, जिसका कोई हिसाब किताब नहीं है, जो कि गुआढ़ी सूबियां की बिलिंग के तहत दिखाई जा रही है। एक होर अलग घोटाला है वो जारी है, लेकिन उन्होंने पड़ताल या कोक कदे होर मौके पर करांगे। सो उम्मीद करते हैं ये वाला वीडियो भी थोनों ठीक लगा होएगा तो इस सीरीज़ के होर भी कुछ नवीं इनसाइट्स लैके थोड़े सामने हाज़र होने की कोशिश करांगे। इस यूट्यूब चैनल नाल जुड़े रहो। बहुत बहुत धन्यवाद।